ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀਰਾਨ। ਇੱਕ ਰੱਬ ਰੰਗੀ ਰੂਹ ਸਰਦਾਰ ਜਸਪਾਲ ਸਿੰਘ ਜੀ, ਜਿਨ੍ਹਾਂ ਨੂੰ ਸਾਰੇ ਵੀਰ ਜੀ ਮੁੰਬਈ ਵਾਲੇ ਕਰਕੇ ਜਾਣੇ ਜਾਂਦੇ ਸਨ, ਸਾਰੇ ਸਿੱਖ ਸੰਸਾਰ ਅੰਦਰ ਪਿਛਲੇ ਦਿਨੀ ਕਰੋਨਾ ਦੀ ਬਿਮਾਰੀ ਦੇ ਕਰਕੇ ਸਾਨੂੰ ਸਦੀਵੀ ਵਿਛੋੜਾ ਦੇ ਗਏ। ਅਚਨਚੇਤ ਮਨਾਂ ਨੂੰ ਜੋ ਚੋਟ ਪਹੁੰਚੀ ਹੈ, ਜੋ ਇਹ ਭਾਣਾ ਵਰਤਿਆ, ਇਸ ਭਾਣੇ ਨੂੰ ਸਮਝਣ ਦੇ ਲਈ ਸਮਾਂ ਲੱਗ ਰਿਹਾ। ਹਰ ਗੁਰਸਿੱਖ ਇਹ ਜਾਣਦਾ ਹੈ, ਸਤਿਗੁਰੂ ਜੀ ਦਾ ਉਪਦੇਸ਼ ਮਤ ਮੈਂ ਪਿੱਛੇ ਕੋਈ ਰੋਵ ਸੀ, ਪਰ ਫਿਰ ਵੀ ਸਭ ਦੇ ਮਨ ਭਰੇ ਹੋਏ ਹਨ। ਇੱਕ ਦੂਜੇ ਤੋਂ ਅੱਖਾਂ ਚੁਰਾਈਆਂ ਜਾ ਰਹੀਆਂ ਹਨ ਕਿ ਇਹ ਵਾਪਰ ਕੀ ਗਿਆ। ਸਰਦਾਰ ਜਸਪਾਲ ਸਿੰਘ ਜੀ ਕੋਈ ਇੱਕ ਮਨੁੱਖ ਦਾ ਨਾਮ ਨਹੀਂ ਹੈ, ਇੱਕ ਚੱਲਦੀ ਫਿਰਦੀ ਟਕਸਾਲ, ਇੱਕ ਚੱਲਦੀ ਫਿਰਦੀ ਸੰਸਥਾ। ਉਸ ਦਾ ਨਾਮ ਸਰਦਾਰ ਜਸਪਾਲ ਸਿੰਘ ਜੀ। ਇਸ ਸੰਸਾਰ ਅੰਦਰ ਬਹੁਤ ਸਾਰੇ ਜੀਵ ਹਜ਼ਾਰਾਂ ਰੋਜ਼ ਜਨਮ ਲੈਂਦੇ ਹਨ, ਹਜ਼ਾਰਾਂ ਲੱਖਾਂ ਰੋਜ਼ ਮਰਦੇ ਹਨ, ਔਰ ਇਸ ਸੰਸਾਰ 'ਤੇ ਵਿਚਰਦਿਆਂ ਜਿਹੜੇ ਮਨੁੱਖ ਆਪਣੇ ਜੀਵਨ ਦੇ ਵਿੱਚ ਕੋਈ ਘਾਲ ਕਮਾਈ ਕਰਕੇ ਜਾਂਦੇ ਹਨ, ਕਿਸੇ ਦੇ ਪਰਥਾਏ ਜੀ ਕੇ ਜਾਂਦੇ ਹਨ, ਜਿਨ੍ਹਾਂ ਦਾ ਜੀਵਨ ਮਨੋਰਥ ਹੁੰਦਾ ਹੈ, ਜਿਨ੍ਹਾਂ ਨੂੰ ਆਪਣੇ ਮਨੁੱਖੀ ਜਨਮ ਦੀ ਮਹੱਤਤਾ ਦਾ ਗਿਆਨ ਹੁੰਦਾ ਹੈ, ਸਿਰਫ ਉਹੀ ਮਨੁੱਖ ਜੀਵਨ ਜਿਉ ਕੇ ਜਾਂਦੇ ਹਨ। ਬਾਕੀ ਤਾਂ ਧਰਤੀ 'ਤੇ ਭਾਰ ਹੀ ਹੈ। ਜਿਸ ਤਰ੍ਹਾਂ ਇੱਕ ਕੋਈ ਪਸ਼ੂ ਇਸ ਸੰਸਾਰ 'ਤੇ ਜਨਮ ਲਿਆ ਅਤੇ ਮਰ ਗਿਆ, ਬਾਕੀ ਮਨੁੱਖ ਉਸ ਪਸ਼ੂਆਂ ਦੀ ਨਿਆਈ ਹਨ। ਸਰਦਾਰ ਜਸਪਾਲ ਸਿੰਘ ਜੀ ਦਾ ਜਨਮ 7 ਜੂਨ 1947 ਨੂੰ ਪਾਕਿਸਤਾਨ ਦੇ ਅੰਦਰ ਸਰਗੋਧਾ ਦੀ ਧਰਤੀ 'ਤੇ ਸਰਦਾਰ ਇੰਦਰਜੀਤ ਸਿੰਘ ਜੀ ਅਤੇ ਮਾਤਾ ਪ੍ਰਕਾਸ਼ ਕੌਰ ਜੀ ਦੇ ਘਰ ਹੋਇਆ। ਜਨਮ ਤੋਂ ਕੁਝ ਮਹੀਨੇ ਬਾਅਦ ਹੀ ਦੇਸ਼ ਦੀ ਵੰਡ ਹੋਈ। ਪਰਿਵਾਰ ਸਰਗੋਧੇ ਤੋਂ ਉੱਠ ਕੇ ਰੋਹਤਕ ਆ ਟਿਕਿਆ। ਰੋਹਤਕ ਤੋਂ ਫਿਰ ਹੁਸ਼ਿਆਰਪੁਰ ਪੱਕਾ ਟਿਕਾਣਾ ਬਣਾਇਆ। ਸਿੱਖਿਆ ਮੁੱਢਲੀ ਹੁਸ਼ਿਆਰਪੁਰ ਦੇ ਵਿੱਚ ਪ੍ਰਾਪਤ ਕੀਤੀ, ਪਰ ਉਪਜੀਵਕਾ ਦਾ ਕੋਈ ਸੋਚਾ ਤੇ ਸੱਚਾ ਸਾਧਨ ਨਾ ਹੋਣ ਦੀ ਵਜ੍ਹਾ ਨਾਲ ਪਰਿਵਾਰ ਨੇ ਬੰਬਈ ਜਾਣ ਦਾ ਫੈਸਲਾ ਕੀਤਾ। 1961 ਦੇ ਵਿੱਚ ਇਹ ਪਰਿਵਾਰ ਸਾਰਾ ਬੰਬਈ ਸ਼ਿਫਟ ਹੋ ਗਿਆ। ਉੱਥੇ ਜਾ ਕੇ ਜ਼ਿੰਦਗੀ ਦੇ ਅਸਲੀਅਤ ਦੇ ਨਾਲ ਵਾਹ ਵਾਸਤਾ ਪਿਆ, ਜਦੋਂ ਜਸਪਾਲ ਸਿੰਘ ਵੀਰ ਜੀ ਦੀ ਉਮਰ ਸਿਰਫ 14-15 ਸਾਲ ਦੀ ਸੀ। ਆਪਣੇ ਪਿਤਾ ਜੀ ਅਤੇ ਦਾਦਾ ਜੀ ਦੇ ਨਾਲ ਮੋਢਾ ਜੋੜ ਕੇ ਖਲੋਣ ਲਈ ਆਪ ਜੀ ਨੂੰ ਆਪਣੀ ਕਾਲਜ ਦੀ ਪੜ੍ਹਾਈ ਅਧੂਰੀ ਛੱਡਣੀ ਪਈ, ਔਰ ਕੱਪੜੇ ਦੀ ਆੜਤ ਦੇ ਵਪਾਰ ਦੇ ਵਿੱਚ ਆਪ ਜੀ ਸ਼ਾਮਲ ਹੋ ਗਏ। ਸੁਭਾਅ ਵਿੱਚ ਮਿਹਨਤ ਸੀ, ਸਿਰੜ ਸੀ, ਦ੍ਰਿੜਤਾ ਸੀ ਕਿ ਆੜਤ ਤੋਂ ਤਰੱਕੀ ਕਰਦੇ ਕਰਦੇ ਆਪਣੀ ਮਿੱਲ ਲਗਾਈ ਔਰ ਕੁਆਲਿਟੀ ਦੇ ਖੇਤਰ ਦੇ ਵਿੱਚ ਇੱਕ ਬ੍ਰਾਂਡ ਪੈਦਾ ਕਰਕੇ ਇੱਕ ਵੱਖਰੀ ਪੈੜ ਛਾਪ ਛੱਡੀ। ਪਰ ਅੰਦਰ ਇੱਕ ਗੁਰਸਿੱਖ ਆਤਮਾ ਉਸਲ ਵੱਟੇ ਲੈ ਰਹੀ ਸੀ। ਬੰਬੇ ਤੋਂ ਗਿਆਨੀ ਜੀਤ ਸਿੰਘ ਜੀ ਦੇ ਨਾਲ ਸਨ 68 ਦੇ ਵਿੱਚ ਸੰਪਰਕ ਬਣਿਆ। 71 ਦੇ ਵਿੱਚ ਵੀਰ ਜੀ ਦੀ ਸ਼ਾਦੀ, ਆਨੰਦ ਕਾਰਜ ਵੀਰ ਜੀ ਦਾ
ਅੰਮ੍ਰਿਤਸਰ ਸਰਦਾਰ ਰਘੁਬੀਰ ਸਿੰਘ ਜੀ ਦੀ ਬੇਟੀ ਹਰਿੰਦਰ ਕੌਰ ਜੀ ਦੇ ਨਾਲ ਹੋਇਆ। ਦੋਨਾਂ ਨੂੰ ਸੱਚਮੁੱਚ ਏਕ ਜੋਤ ਦੋਏ ਮੂਰਤੀ ਵਾਂਗ ਜੀਵਨ ਜੀ ਕੇ ਇੱਕ ਲਕਸ਼ ਬਣਾਇਆ ਕਿ ਸਿਰਫ ਪੈਸਾ ਕਮਾਉਣਾ, ਬੱਚੇ ਪੈਦਾ ਕਰਨੇ ਇਹ ਜੀਵਨ ਮਨੋਰਥ ਨਹੀਂ ਹੈ, ਬਲਕਿ ਸਾਨੂੰ ਇਸ ਸੰਸਾਰ ਦੇ ਅੰਦਰ ਜੇ ਗੁਰਸਿੱਖ ਘਰਾਣੇ ਦੇ ਅੰਦਰ ਜਨਮ ਹੋਇਆ ਹੈ ਤਾਂ ਸਾਨੂੰ ਸਿੱਖੀ ਦਾ ਪ੍ਰਚਾਰ ਸਾਡੇ ਜੀਵਨ ਦਾ ਮੂਲ ਮਨੋਰਥ ਹੈ। ਸਾਜੀਤ ਸਿੰਘ ਜੀ ਦੇ ਨਾਲ ਮਿਲ ਕੇ ਬੰਬੇ ਦੇ ਵਿੱਚ ਗੁਰਮਤਿ ਕਲਾਸਾਂ ਹਫ਼ਤਾਵਾਰੀ ਆਰੰਭ ਕੀਤੀਆਂ। ਸਾਜੀਤ ਸਿੰਘ ਜੀ ਦੇ ਨਾਲ ਇੱਕ ਵਲੰਟੀਅਰ ਦੇ ਤੌਰ ਤੇ ਸਰ ਜਸਪਾਲ ਸਿੰਘ ਜੀ ਦਾ ਸਫ਼ਰ ਆਰੰਭ ਹੋਇਆ। ਕਲਾਸਾਂ ਦੇ ਵਿੱਚੋਂ ਠੀਕ ਰਿਸਪੌਂਸ ਨਹੀਂ ਆ ਰਿਹਾ ਸੀ। ਜਦੋਂ ਕਾਰਨ ਪਤਾ ਕੀਤਾ, ਪੜਚੋਲ ਹੋਈ, ਤਾਂ ਪਤਾ ਲੱਗਾ ਕਿ ਪੰਜਾਬੀ ਦੀ ਜ਼ੁਬਾਨ ਦੀ ਸਮਝ ਨਾ ਹੋਣ ਕਰਕੇ, ਪੰਜਾਬੀ ਭਾਸ਼ਾ ਦੀ ਸਮਝ ਨਾ ਹੋਣ ਕਰਕੇ ਗੁਰਬਾਣੀ ਸਮਝਣ ਵਿੱਚ ਅੜਚਨ ਆ ਰਹੀ ਹੈ। ਵੀਰ ਜੀ ਨੇ ਪੰਜਾਬੀ ਜਮਾਤਾਂ ਸ਼ੁਰੂ ਕਰਨ ਦਾ ਜ਼ਿੰਮਾ ਆਪਣੇ ਜ਼ਿੰਮੇ ਲੈ ਲਿਆ। ਪਹਿਲਾਂ ਟੀਚਰ ਤਿਆਰ ਕੀਤੇ, ਟੀਚਰਸ ਨੂੰ ਬਹੁਤ ਸੁਖੈਨ ਢੰਗ ਦੇ ਨਾਲ ਪੰਜਾਬੀ ਪੜ੍ਹਾਉਣ ਦੇ ਤਰੀਕੇ ਸਮਝਾਏ ਔਰ ਬੰਬੇ ਨੂੰ 5 ਜ਼ੋਨ ਦੇ ਵਿੱਚ ਵੰਡ ਕੇ ਅਲੱਗ-ਅਲੱਗ ਜ਼ੋਨ ਦੇ ਵਿੱਚ ਗੁਰਮਤਿ ਦੇ ਨਾਲ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਵੀ ਸ਼ੁਰੂ ਹੋਈਆਂ। ਦਿਨ ਦੇ ਵਿੱਚ 2-2 ਸੈਂਟਰ, 3-3 ਸੈਂਟਰਸ ਦੇ ਵਿੱਚ ਜਾਣਾ ਤੇ ਜਾ ਕੇ ਇਹ ਪੜਚੋਲ ਕਰਨੀ ਕਿ ਜੋ ਸਾਡੇ ਅਧਿਆਪਕ ਹਨ ਉਹ ਸਹੀ ਇੰਜੈਕਟ ਕਰ ਰਹੇ ਹਨ। ਮਨੋਰਥ ਗੁਰਬਾਣੀ ਹੈ, ਇੰਜੈਕਸ਼ਨ ਦੇ ਰੂਪ ਵਿੱਚ ਸਾਡੇ ਕੋਲ ਪੰਜਾਬੀ ਹੈ ਔਰ ਇੰਨੇ ਸੁਖੈਨ ਢੰਗ ਦੇ ਨਾਲ ਪੰਜਾਬੀ ਪੜ੍ਹਾਈ ਕਿ ਅੱਜ ਬੱਚਾ ਬੰਬੇ ਦੇ ਵਿੱਚ ਜੇ ਪੰਜਾਬੀ ਜਾਣਦਾ ਹੈ ਤਾਂ ਉਹ ਦਿਲ ਤੋਂ ਵੀਰ ਜਸਪਾਲ ਸਿੰਘ ਜੀ ਦਾ ਰਿਣੀ ਹੈ। ਲੰਬਾ ਸਫ਼ਰ ਕਲਾਸਾਂ ਤੋਂ ਕੈਂਪ ਤੱਕ ਪਹੁੰਚਿਆ। ਕੈਂਪ ਲਗਾਉਣੇ ਸ਼ੁਰੂ ਕੀਤੇ। ਕੁਦਰਤ ਨਾਲ ਪਿਆਰ ਬਹੁਤ ਕਰਦੇ ਸਨ ਵੀਰ ਜਸਪਾਲ ਸਿੰਘ ਜੀ। ਫਿਰ ਜਗ੍ਹਾ ਉਹ ਲੱਭਣੀਆਂ ਜਿੱਥੇ ਜੇ 5 ਦਿਨ ਦਾ ਕੈਂਪ ਹੈ ਤੇ 5 ਦਿਨ ਦੇ ਵਿੱਚ ਉੱਥੇ ਕੁਦਰਤ ਦਾ ਆਨੰਦ ਵੀ ਮਾਣਿਆ ਜਾ ਸਕੇ ਔਰ ਬੈਠ ਕੇ ਗੁਰੂ ਦੀ ਗੱਲ ਵੀ ਕੀਤੀ ਜਾ ਸਕੇ। ਕੈਂਪਾਂ ਦਾ ਪ੍ਰੋਸੈਸ ਇੰਨਾ ਵਧੀਆ ਬਣਾਇਆ ਕਿ ਸਾਡੀ ਵਿਰਾਸਤ ਅੰਮ੍ਰਿਤ ਵੇਲਾ ਉਹ ਗਵਾਚ ਨਾ ਜਾਵੇ। ਸਵੇਰੇ 5 ਵਜੇ ਤੋਂ ਕੈਂਪ ਦੀ ਸ਼ੁਰੂਆਤ ਹੁੰਦੀ ਤੇ ਰਾਤ ਦੇ 10 ਵਜੇ ਤੱਕ। ਉਸ ਦੇ ਵਿੱਚ ਟਾਈਮ ਟੇਬਲ ਇਸ ਢੰਗ ਨਾਲ ਬਣਾਇਆ ਜਾਂਦਾ ਕਿ ਜ਼ਿੰਦਗੀ ਦੀ ਉਪਜੀਵਕਾ ਦੇ ਲਈ ਵੀ ਸਕਿੱਲਸ ਵੀ ਡਿਵੈਲਪ ਕੀਤੇ ਜਾਂਦੇ, ਪਰ ਵਿਰਸਾ ਸੰਭਾਲ ਕੇ। ਉੱਥੇ ਦੇਗ ਬਣਾਉਣੀ ਸਜਾਉਣੀ ਕਿਵੇਂ ਹੈ, ਇਸ ਦੀ ਸਿੱਖਿਆ ਦਿੱਤੀ ਜਾਂਦੀ। ਬੀਬੀਆਂ ਨੂੰ ਕਛਹਿਰਿਆਂ ਦੀ ਕਟਾਈ ਸਿਖਾਈ ਜਾਂਦੀ ਤਾਂ ਕਿ ਸਾਡਾ ਵਿਰਸਾ ਗਵਾਚ ਨਾ ਜਾਵੇ। ਬੰਬੇ ਵਰਗੇ ਸ਼ਹਿਰ ਦੇ ਵਿੱਚ ਦਰਜੀ, ਟੇਲਰ ਕਛਹਿਰੇ ਨਹੀਂ ਸਿਲਾਈ ਕਰ ਸਕਦੇ ਸਨ। ਐਸਾ ਪ੍ਰਬੰਧ ਕੀਤਾ ਜਾਂਦਾ ਕਿ 5 ਕਕਾਰੀ ਜੀਵਨ ਦੇ ਸਾਰੇ ਧਾਰਨੀ ਹੋਣ, ਕੋਈ ਹੀਲ ਹੁਜਤ ਕਰਕੇ ਕਛਹਿਰੇ ਪਾਉਣ ਤੋਂ ਇਨਕਾਰੀ ਨਾ ਹੋ ਜਾਣ। ਨੌਜਵਾਨਾਂ ਦੇ ਨਾਲ ਨੌਜਵਾਨਾਂ ਦੀ ਭਾਸ਼ਾ ਦੇ ਵਿੱਚ, ਬਜ਼ੁਰਗਾਂ ਦੇ ਨਾਲ ਬਜ਼ੁਰਗਾਂ ਦੀ ਭਾਸ਼ਾ ਦੇ ਵਿੱਚ ਔਰ ਬੱਚਿਆਂ ਦੇ ਨਾਲ ਬੱਚਿਆਂ ਦੇ ਲੈਵਲ ਤੇ ਜਾ ਕੇ ਗੁਰਬਾਣੀ, ਗੁਰਮਤਿ ਦੀ ਗੱਲ ਕੀਤੀ ਜਾਂਦੀ। ਬਹੁਤ ਸੋਹਣੀ ਟੀਮ ਤਿਆਰ ਹੋਈ, ਪਰ ਵੀਰ ਜੀ ਦਾ ਜੋ ਆਪਣਾ ਰੋਲ ਹੁੰਦਾ, ਮੇਰੀ ਛਿਪੇ ਰਹਿਣ ਦੀ ਚਾਹ, ਛਿਪੇ ਤੁਰ ਜਾਣ ਦੀ। ਇੰਨਾ ਪਿਆਰਾ ਜੀਵਨ, ਹਰ ਵੇਲੇ ਟੀਮ ਨੂੰ ਅੱਗੇ ਕਰਨਾ, ਟੀਮ ਤੇ ਭਰੋਸਾ ਕਰਨਾ, ਪਰ ਟੀਮ ਲਈ ਸੰਗਤ ਕੋਲੋਂ ਵਿਚਾਰ ਲੈਣੇ ਕਿ ਸਾਡੀ ਟੀਮ ਦੇ ਵਿੱਚ ਜੋ ਆਏ ਹਨ ਬੁਲਾਰੇ, ਜੋ ਟੀਚਰ ਅਸੀਂ ਮਨੋਨੀਤ ਕੀਤੇ ਹਨ,
ਉਹਨਾਂ ਦਾ ਕੰਮ ਦਾ ਨੰਬਰਿੰਗ ਤੁਸੀਂ ਕਰੋ, ਉਹਨਾਂ ਦੇ ਕੰਮ ਦੀ ਅਸੈਸਮੈਂਟ ਤੁਸੀਂ ਕਰੋ। ਪਹਿਲਾਂ ਮੂੰਹ ਜ਼ਬਾਨੀ ਸਭ ਦੇ ਸਾਹਮਣੇ ਇਹ ਅਸੈਸਮੈਂਟ ਕਰਵਾਈ ਜਾਂਦੀ, ਫਿਰ ਉਸ ਦਾ ਰੂਪ ਬਦਲ ਕੇ ਲਿਖਤੀ ਅਸੈਸਮੈਂਟ ਲਈ ਜਾਂਦੀ। ਅਤੇ ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਤਾਂ ਔਨਲਾਈਨ ਅਸੈਸਮੈਂਟ ਲਈ ਜਾਂਦੀ। ਵੀਰ ਜੀ ਦੇ ਜੀਵਨ ਦਾ ਇੱਕ ਵੱਡਾ ਹਾਸਲ ਸਮੇਂ ਦੇ ਨਾਲ ਚੱਲਣਾ ਵੀ ਹੈ। ਸਿਰਫ 10ਵੀਂ 11ਵੀਂ ਤੱਕ ਦੀ ਪੜ੍ਹਾਈ, ਪਰ ਟੈਕਨੀਕ ਦੀ ਇੰਨੀ ਸਮਝ ਕਿ ਸੰਨ 2000 ਦੇ ਵਿੱਚ ਵੀਰ ਜੀ ਪ੍ਰੋਜੈਕਟਰ 'ਤੇ ਕਲਾਸਾਂ ਲਗਾਉਣ ਲੱਗ ਪਏ ਸਨ। 2011 ਦੇ ਵਿੱਚ ਜਦੋਂ ਆਪ ਜੀ ਲੁਧਿਆਣਾ ਸ਼ਿਫਟ ਹੋ ਗਏ ਤਾਂ ਲੁਧਿਆਣੇ ਤੋਂ ਮੁੰਬਈ ਔਨਲਾਈਨ ਕਲਾਸਿਸ ਵੀਰ ਜੀ ਨੇ 2011 ਵਿੱਚ ਹੀ ਸ਼ੁਰੂ ਕਰ ਦਿੱਤੀਆਂ ਸਨ। ਔਰ ਅੱਜ ਦੇ ਜ਼ਮਾਨੇ ਅੰਦਰ ਜਦੋਂ ਸੋਸ਼ਲ ਮੀਡੀਆ ਹੋਰ ਸਟਰੋਂਗ ਹੋਇਆ, ਵੀਰ ਜੀ ਨੇ ਆਪਣੇ ਆਪ ਨੂੰ ਨਾਲ ਦੇ ਨਾਲ ਅਪਡੇਟ ਕਰਕੇ ਅੱਜ ਉਹ ਵਰਲਡ ਵਾਈਡ ਕਲਾਸਾਂ ਲਗਾ ਰਹੇ ਸਨ। ਉਹਦੇ ਵਿੱਚ ਜਾਪਾਨ ਤੋਂ ਵਿਦਿਆਰਥੀ ਸ਼ਾਮਲ ਹੋ ਰਹੇ ਨੇ। ਉਹਨਾਂ ਕਲਾਸਾਂ ਦੇ ਵਿੱਚ ਅਮਰੀਕਾ ਤੋਂ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ ਸਿੱਖ ਉਹਨਾਂ ਕਲਾਸਾਂ ਦਾ ਆਨੰਦ ਮਾਣਦੇ, ਸ਼ਾਮਲ ਹੋ ਕੇ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੀ ਲਗਨ ਦ੍ਰਿੜਤਾ ਨਾਲ ਵੀਰ ਜੀ ਦੇ ਰਾਹੀਂ ਕਰਵਾਉਂਦੇ। ਪਰ ਇਸ ਦਾ ਮਤਲਬ ਇਹ ਕਤਈ ਨਹੀਂ ਕਿ ਆਪਣਾ ਪੰਜਾਬ ਭੁੱਲ ਗਏ। ਪੰਜਾਬ ਦੇ ਪਿੰਡਾਂ ਦੇ ਵਿੱਚ ਟੀਚਰਸ ਦੇ ਨਾਲ ਕਲਾਸਾਂ ਲਾਉਂਦੇ। ਜਲਾਲਾਬਾਦ ਵਰਗੇ ਬਿਲਕੁਲ ਪਛੜੇ ਇਲਾਕੇ ਦੇ ਵਿੱਚ ਵੀਰ ਜੀ ਜਾ ਕੇ ਸਾਨੂੰ ਸਾਰਿਆਂ ਨੂੰ ਪ੍ਰੇਰ ਕੇ ਨਾਲ ਲੈ ਕੇ ਜਾਂਦੇ। ਉੱਥੇ ਟੀਚਰ ਟ੍ਰੇਨਿੰਗ ਕੈਂਪ, ਸ਼ਖਸੀਅਤ ਉਸਾਰੀ ਕੈਂਪ ਉੱਥੇ ਵੱਖਰੇ ਵੱਖਰੇ ਸਮੇਂ ਦੇ ਵਿੱਚ ਬਾਰ-ਬਾਰ ਲਗਾਏ ਜਾਂਦੇ। ਅੱਜ ਉਸ ਇਲਾਕੇ ਦਾ ਬੱਚਾ ਜਿਨ੍ਹਾਂ ਨੇ ਉਹ ਕੈਂਪ ਅਟੈਂਡ ਕੀਤੇ, ਵੀਰ ਜੀ ਦੀ ਯਾਦ ਦੇ ਵਿੱਚ ਉਦਾਸ ਬੈਠੇ ਹਨ। ਦੂਸਰਾ, ਜਸਪਾਲ ਸਿੰਘ ਪੈਦਾ ਹੋਣਾ ਬਹੁਤ ਔਖਾ ਹੈ। ਸਿਰਫ ਤੇ ਸਿਰਫ ਗੁਰਬਾਣੀ, ਗੁਰੂ ਤੇ ਗੁਰੂ ਦੀ ਸੋਚ ਦੀ ਗੱਲ ਕਰਨੀ, ਬਸ ਇੱਕੋ ਇੱਕ ਮਨੋਰਥ ਰਹਿ ਗਿਆ। ਪੈਸਾ ਕਮਾਉਣਾ, ਜ਼ਿੰਦਗੀ ਦੀ ਬਹੁਤ ਉਥਲ ਪੁਥਲ ਹੋਈ। ਫੈਕਟਰੀਆਂ ਦੇ ਮਾਲਕ ਨੂੰ ਕੁਝ ਸਾਲਾਂ ਬਾਅਦ ਹੀ ਆਪਣੀ ਜਾਇਦਾਦ ਤੱਕ ਵੇਚਣੀ ਪਈ। ਪਰ ਅੰਜਨ ਮਾਹੇ ਨਰਿੰਜਨ ਰਹੀਐ ਦਾ ਉਪਦੇਸ਼ ਮਨ ਵਸਿਆ ਹੋਣ ਕਰਕੇ ਰੰਚਕ ਮਾਤਰ ਵੀ ਗੁਰੂ ਨਾਲ ਗਿਲਾ ਨਹੀਂ ਕੀਤਾ। ਹਰ ਵੇਲੇ ਅਕਾਲ ਪੁਰਖ ਦਾ ਸ਼ੁਕਰਾਨਾ। 2011-12 ਦੇ ਵਿੱਚ ਜਦੋਂ ਵੀਰ ਜੀ ਲੁਧਿਆਣੇ ਆਏ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਦੇ ਉਹ ਸ਼ੁਰੂ ਤੋਂ ਹੀ ਉਸ ਸੰਸਥਾ ਦੇ ਨਾਲ ਜੁੜੇ ਹੋਏ ਸਨ। ਪਰ 2011-12 ਤੋਂ ਉਸ ਕਾਲਜ ਦੀ ਮੈਨੇਜਮੈਂਟ, ਜਿਸ ਨੂੰ ਕਾਲਜ ਦੀ ਪੰਚਾਇਤ ਕਿਹਾ ਜਾਂਦਾ ਹੈ, ਵਿੱਚ ਵੀਰ ਜੀ ਦੀ ਸ਼ਮੂਲੀਅਤ ਹੋਈ। ਸਮਝਦਾ ਹਾਂ ਕਿ ਕਾਲਜ ਦੇ ਚੰਗੇ ਭਾਗ ਸਨ ਕਿ ਐਸੀ ਸੰਸਥਾ, ਐਸੀ ਗੁਰਮੁਖ ਰੂਹ ਉਸ ਸਿਸਟਮ ਦਾ ਹਿੱਸਾ ਬਣੀ। ਔਰ ਉਸ ਕਾਲਜ ਦੇ ਵਿੱਚ ਵੀਰ ਜੀ ਦੇ ਆਉਣ ਤੋਂ ਬਾਅਦ, ਜਿੱਥੇ ਸਿਰਫ ਪਹਿਲਾਂ ਨਿਰੀ ਗੁਰਬਾਣੀ ਦੀ ਪੜ੍ਹਾਈ ਕਰਾਈ ਜਾਂਦੀ ਸੀ, ਉਸ ਨੂੰ ਸਕਿੱਲ ਡਿਵੈਲਪਮੈਂਟ ਦੇ ਪੱਧਰ 'ਤੇ ਲਿਆਂਦਾ ਗਿਆ। ਕੰਪਿਊਟਰ ਲੈਬ ਸਥਾਪਿਤ ਕੀਤੀ ਗਈ, ਡਿਸਪੈਂਸਰੀ ਸਥਾਪਿਤ ਹੋਈ। ਅਨੇਕਾਂ ਉਸਾਰੂ ਕਾਰਜ ਉਸ ਕਾਲਜ ਵੱਲੋਂ ਕੀਤੇ ਜਾਣ ਲੱਗੇ ਕਿ ਜਿਸ ਦੇ ਨਾਲ ਉਸ ਕਾਲਜ ਦੇ ਵਿੱਚ ਪੜ੍ਹਨ ਵਾਲਾ ਵਿਦਿਆਰਥੀ ਸਿਰਫ ਗੁਰਮਤਿ ਦਾ ਜਾਂ ਇੱਕ ਗ੍ਰੰਥੀ ਸਿੰਘ ਨਾ ਬਣ ਕੇ ਰਹਿ ਜਾਵੇ, ਉਸ ਨੂੰ ਹਰ ਫੀਲਡ ਦੀ ਨੌਲੇਜ ਹੋਵੇ। ਪਹਿਲੇ ਇਹ ਕੋਰਸ 2 ਸਾਲ ਦਾ ਕਰਵਾਇਆ ਜਾਂਦਾ ਸੀ। ਵੀਰ ਜੀ ਦੀ ਪ੍ਰੇਰਨਾ ਦੇ ਨਾਲ ਉਸ ਨੂੰ 3 ਸਾਲ ਦਾ ਕਰਕੇ ਨਾਲ ਹੀ ਗ੍ਰੈਜੂਏਸ਼ਨ ਦੀ ਮੁਫਤ ਪੜ੍ਹਾਈ ਸ਼ੁਰੂ ਕੀਤੀ ਗਈ। 2 ਸਾਲ ਬਾਅਦ ਪੋਸਟ ਗ੍ਰੈਜੂਏਸ਼ਨ ਵੀ ਸ਼ੁਰੂ ਹੋਈ। ਸਾਡੇ 4-5 ਬੈਚ ਉੱਥੋਂ ਪੋਸਟ ਗ੍ਰੈਜੂਏਟ ਹੋ ਕੇ ਨਿਕਲੇ, ਜਿਨ੍ਹਾਂ ਵਿੱਚੋਂ ਅੱਜ 6 ਵਿਦਿਆਰਥੀ PhD ਪੱਧਰ ਤੱਕ ਪੜ੍ਹ ਕੇ ਤੇ ਇਸ ਸਿੱਖ ਕੌਮ ਦੀ ਸੇਵਾ ਕਰ ਰਹੇ ਹਨ। ਬਹੁਤ ਸਾਰੇ ਬੱਚੇ ਜਦੋਂ ਕੰਪਿਊਟਰ ਦੀ ਨੌਲੇਜ ਵੀ ਆ ਗਈ, ਗ੍ਰੈਜੂਏਸ਼ਨ ਦੀ ਪੜ੍ਹਾਈ ਵੀ ਆ ਗਈ, ਗੁਰਬਾਣੀ ਦਾ ਡਿਪਲੋਮਾ ਵੀ ਆ ਗਿਆ, ਤਾਂ ਫੌਜ ਦੇ ਵਿੱਚ ਬੜੇ ਆਸਾਨ ਦਾਖਲੇ ਲੈ ਕੇ ਚੰਗੀਆਂ ਪੋਸਟਾਂ 'ਤੇ ਦੇਸ਼ ਅਤੇ ਕੌਮ ਦੀ ਸੇਵਾ ਕਰ ਰਹੇ ਹਨ। ਇਹ ਵੀਰ ਜੀ ਦੀ
ਦੂਰ ਅੰਦੇਸ਼ੀ ਸੋਚ ਦਾ ਇਹ ਕਾਰਨ ਹੋ ਸਕਿਆ। ਵੀਰ ਜਸਪਾਲ ਸਿੰਘ ਜੀ ਇੱਕ ਇੰਨੀ ਪਿਆਰੀ ਰੂਹ ਸਨ। ਕੈਂਪ ਲੱਗਿਆ ਹੋਇਆ, ਤੀਸਰੀ ਮੰਜ਼ਲ, ਵੀਰ ਜੀ ਦੀ ਤਬੀਅਤ ਬਹੁਤ ਨਾਸਾਜ਼ ਸੀ। ਤੀਸਰੀ ਮੰਜ਼ਲ ਤੇ ਬੱਚਿਆਂ ਦਾ ਸ਼ੋਰ ਸੁਣਾਈ ਦਿੱਤਾ। ਬਜਾਏ ਕਿਸੇ ਹੋਰ ਨੂੰ ਕਹਿਣ ਦੇ ਦੌੜ ਕੇ ਪੌੜੀਆਂ ਚੜ੍ਹ ਕੇ ਉੱਪਰ ਚਲੇ ਗਏ ਔਰ ਕਲਾਸ ਲੈਣੀ ਸ਼ੁਰੂ ਕਰ ਦਿੱਤੀ। ਲੇਕਿਨ ਜਦੋਂ ਕਲਾਸ ਲੈ ਕੇ ਆਪ ਜੀ ਵਾਪਸ ਆਏ, ਅਸੀਂ ਹੈਰਾਨ ਸਾਂ ਕਿ ਇਹ ਸਰੀਰ ਇੰਨੀ ਤੇਜ਼ ਭੱਜ ਦੌੜ ਕਰ ਕਿਵੇਂ ਸਕਦਾ ਹੈ। ਪਰ ਗੁਰੂ ਦੇ ਕਾਰਜ ਦੇ ਵਿੱਚ ਹਮੇਸ਼ਾ ਅੱਗੇ ਤੋਂ ਅੱਗੇ ਹੋ ਕੇ ਕਾਰਜਾਂ ਵਿੱਚ ਵਿਚਰਦੇ। ਕਦੀ ਆਪਣੇ ਸਾਥੀਆਂ ਦੇ ਵਿੱਚ ਨੁਕਸ ਕੱਢਣਾ ਉਹਨਾਂ ਦੇ ਸੁਭਾਅ ਵਿੱਚ ਨਹੀਂ ਸੀ। ਅਗਰ ਕੋਈ ਕਮੀ ਰਹਿ ਜਾਣੀ ਤਾਂ ਉਹਨਾਂ ਨੇ ਕਹਿਣਾ ਤੁਹਾਡਾ ਧਿਆਨ ਬਹੁਤ ਹੋਰ ਰੁਝੇਵਿਆਂ ਵਿੱਚ ਹੈ, ਤੁਸੀਂ ਹੋਰ ਜ਼ਿੰਮੇਵਾਰੀਆਂ ਬਹੁਤ ਅੱਛੇ ਢੰਗ ਨਾਲ ਨਿਭਾ ਰਹੇ ਹੋ। ਇਹ ਕਾਰਜ ਫਿਰ ਮੈਂ ਸੋਚਿਆ ਵੀ ਮੈਂ ਆਪ ਹੀ ਕਰ ਲਵਾਂ। ਬਿਲਕੁਲ ਇਹ ਅਹਿਸਾਸ ਨਾ ਕਰਵਾਉਣਾ ਕਿ ਤੁਸੀਂ ਇਹ ਕੰਮ ਨਹੀਂ ਕੀਤਾ। ਬੱਚਿਆਂ ਵਾਂਗੂ ਵੀਰ ਜੀ ਦੀ ਸ਼ਖਸੀਅਤ ਨੂੰ ਜੇ ਸ਼ਬਦਾਂ ਦੇ ਰਾਹੀਂ ਬਿਆਨ ਕਰਨਾ ਹੋਵੇ ਤਾਂ ਵੀਰ ਜੀ ਦੀ ਉਮਰ ਇੱਕ ਬਾਪ ਵਰਗੀ ਸੀ, ਪਰ ਵੀਰ ਜੀ ਦਾ ਦਿਲ ਇੱਕ ਬੱਚੇ ਵਰਗਾ ਸੀ। ਵੀਰ ਜੀ ਦੀ ਸ਼ਖਸੀਅਤ ਨੂੰ ਹੋਰ ਚੰਨ ਲਾਉਂਦਿਆਂ ਜਦੋਂ ਦੇਖੀਦਾ ਹੈ, ਉਹਨਾਂ ਨੂੰ ਨਜ਼ਦੀਕ ਤੋਂ ਦੇਖੀਦਾ ਹੈ, ਤਾਂ ਵੀਰ ਜੀ ਦੀ ਦ੍ਰਿੜਤਾ ਇੱਕ ਪਹਾੜ ਵਰਗੀ ਸੀ, ਪਰ ਸਹਿਜਤਾ ਇੱਕ ਨਿਰਮਲ ਨਦੀ ਵਾਂਗ, ਸਰਲਤਾ ਦੋਸਤਾਂ ਵਾਂਗ ਔਰ ਆਸਰਾ ਭਰਾਵਾਂ ਵਰਗਾ, ਅਸੀਸ ਪਿਆਰ ਮਾਵਾਂ ਵਰਗੀ। ਜੋ ਵੀਰ ਜੀ ਨੂੰ ਮਿਲ ਲੈਂਦਾ ਸਦਾ ਸਦਾ ਵਾਸਤੇ ਵੀਰ ਜੀ ਦਾ ਹੋ ਜਾਂਦਾ। ਕਦੀ ਜ਼ਿੰਦਗੀ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਗੱਲ ਕਰਦਿਆਂ ਉਹਨਾਂ ਨੂੰ ਕਿਸੇ ਨੇ ਨਹੀਂ ਦੇਖਿਆ। ਹਰ ਪਲ ਹਰ ਇੱਕ ਨੂੰ, ਆਪਣੇ ਤੋਂ ਛੋਟੇ ਨੂੰ ਵੀ ਔਰ ਆਪਣੇ ਤੋਂ ਵੱਡੇ ਨੂੰ ਵੀ ਵੀਰ ਜੀ ਅਤੇ ਭੈਣ ਜੀ ਕਹਿ ਕੇ ਬੁਲਾਉਣਾ। ਕਦੀ ਬੇਟਾ ਜਾਂ ਪੁੱਤਰ ਨਹੀਂ ਕਹਿਣਾ। ਆਪਣੇ ਬਰਾਬਰ ਦੀ ਸ਼ਖਸੀਅਤ ਨੂੰ ਰੱਖ ਕੇ ਉਹਨਾਂ ਸਾਹਮਣੇ ਨੂੰ ਤੇ ਉਹਨੂੰ ਆਪਣੇ ਦਿਲ ਦੇ ਨਜ਼ਦੀਕ ਲੈ ਜਾਣਾ। ਇਹ ਵੀਰ ਜੀ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਗਹਿਣਾ ਸੀ। ਅੱਜ ਜਦੋਂ ਵੀਰ ਜੀ ਦੇ ਪਾਏ ਪੂਰਨਿਆਂ ਨੂੰ ਦੇਖੀਦਾ ਹੈ ਤਾਂ ਹੈਰਾਨ ਹੋ ਜਾਈਦਾ ਕਿ ਕੀ ਕੋਈ ਸ਼ਖਸ ਆਪਣੀ 70-75 ਸਾਲ ਦੀ ਜ਼ਿੰਦਗੀ ਦੇ ਵਿੱਚ ਇੰਨਾ ਕਾਰਜ ਵੀ ਕਰ ਸਕਦਾ ਹੈ। ਲਿਟਰੇਚਰ ਦੇ ਖੇਤਰ ਦੇ ਵਿੱਚ ਵੀਰ ਜੀ ਨੇ ਬਹੁਤ ਸਾਰੀਆਂ ਕਿਤਾਬਾਂ ਐਡਿਟ ਕੀਤੀਆਂ। 12-13 ਕਿਤਾਬਾਂ ਉਹਨਾਂ ਦੀਆਂ ਆਡਿਟ ਕੀਤੀਆਂ ਹੋਈਆਂ ਜੋ ਮੁੱਢਲੇ ਸਿਧਾਂਤਾਂ ਦੇ ਰੂਪ ਵਿੱਚ ਗੁਰਮਤਿ ਕੋਰਸਾਂ ਦੇ ਵਿੱਚ ਸਾਰੇ ਕਾਲਜ ਪੜ੍ਹਾਉਂਦੇ ਹਨ, ਵੀਰ ਜੀ ਦੀ ਮਿਹਨਤ ਦਾ ਨਤੀਜਾ ਹਨ। ਔਰ ਸਭ ਤੋਂ ਵੱਡਾ ਗੁਣ ਕਿ ਕੁਆਲਿਟੀ ਨਾਲ ਕਦੀ ਸਮਝੌਤਾ ਨਹੀਂ ਕੀਤਾ, ਚਾਹੇ ਉਹ ਕੋਈ ਚੀਜ਼ ਖਰੀਦਣੀ ਹੋਵੇ ਤੇ ਚਾਹੇ ਆਪਣੀ ਟੀਮ ਦੇ ਵਿੱਚ ਸਾਥੀ ਚੁਣਨੇ ਹੋਣ। ਹਰ ਵੇਲੇ ਉਹ ਸੁਪਰ ਤੋਂ ਸੁਪੀਰੀਅਰ ਵੱਲ ਦਾ ਸਫ਼ਰ ਅਟੈਂਡ ਕਰਦੇ। ਕਦੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਪੈਸੇ ਦੇ ਕਰਕੇ ਉਹਨਾਂ ਨੇ ਸਸਤੀ ਕੁਆਲਿਟੀ ਵਾਲੇ ਪਾਸੇ ਮੂੰਹ ਨਹੀਂ ਮੋੜਿਆ। 4 ਮਹੀਨੇ ਠਹਿਰ ਕੇ ਲੈ ਲਾਂਗੇ, 6 ਮਹੀਨੇ ਠਹਿਰ ਕੇ ਲੈ ਲਾਂਗੇ, ਲੇਕਿਨ ਜੇ ਕਿਤਾਬ ਵੀ ਛਪਣੀ ਹੈ ਤਾਂ ਸਭ ਤੋਂ ਵਧੀਆ ਪੇਪਰ ਜੋ ਵਕਤ ਦੇ ਲਿਹਾਜ਼ ਨਾਲ ਮਾਰਕੀਟ ਦੇ ਵਿੱਚ ਆਉਂਦਾ, ਉਹਨਾਂ ਵਿੱਚ ਉਸ ਕਾਗਜ਼ ਦੇ ਉੱਤੇ ਛਪਦਾ ਤੇ ਫਿਰ ਪ੍ਰਿੰਟਿੰਗ ਵੀ ਵਧੀਆ ਤੋਂ ਵਧੀਆ ਪ੍ਰੈਸ ਰਾਹੀਂ ਕਰਵਾਈ ਜਾਂਦੀ। ਜਦੋਂ ਕਾਸਟ ਵੱਧ ਜਾਣੀ ਤਾਂ ਕਹਿਣਾ ਕੋਈ ਗੱਲ ਨਹੀਂ, ਆਪਾਂ ਗੁਰੂ ਦੇ ਖਜ਼ਾਨੇ ਵਿੱਚੋਂ ਇਹ ਮਾਇਆ ਪਾ ਦਿਆਂਗੇ, ਸੰਗਤ ਨੂੰ ਬਹੁਤ ਘੱਟ ਰੇਟ ਤੇ ਪ੍ਰੋਵਾਈਡ ਕਰਨੀ ਹੈ। ਹਰ ਗੱਲ ਦੇ ਵਿੱਚ ਗੁਰੂ ਦੀ ਗੱਲ, ਐਡਵਾਂਸ ਸੋਚ ਇੰਨੀ, ਅੱਜ ਦਾ ਕਦਮ ਚੁੱਕਿਆ ਅਗਲੇ 100 ਸਾਲ ਨੂੰ ਮੁੱਖ ਰੱਖ ਕੇ ਚੁੱਕਿਆ ਹੁੰਦਾ। ਬਾਅਦ ਵਿੱਚ ਸਮਝ ਆਉਂਦੀ ਕਿ ਇਹ ਵੀਰ ਜੀ ਦੀ ਦੂਰ ਅੰਦੇਸ਼ੀ ਸੋਚ ਕਾਰਨ ਹੀ ਹੋ ਸਕਿਆ ਹੈ। ਹਰ ਸੰਸਥਾ, ਹਰ ਗੁਰਸਿੱਖ ਜਥੇਬੰਦੀ ਨੂੰ ਆਪਣੇ ਪਿਆਰ ਦੇ ਨਾਲ ਆਪਣਾ ਸਮਝਣਾ, ਕੋਈ ਮੇਰ ਤੇਰ ਨਾ ਕਰਨੀ। ਅਕਸਰ ਇੱਕ ਵਿਚਾਰ ਸਾਡੇ ਜਮਾਤ ਦੇ ਉੱਤੇ ਲੱਗਦਾ ਹੈ, ਜਦੋਂ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਤੇ ਪਹਿਰਾ ਦਿੰਦਿਆਂ ਜੋ ਦੁਨਿਆਵੀ ਜੋਤਾਂ ਜਗਾਈਆਂ ਜਾਂਦੀਆਂ ਹਨ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਅਸੀਂ ਇਤਰਾਜ਼ ਕਰਦੇ ਹਾਂ ਕਿ ਇਹ ਜੋਤਾਂ ਮਨਮਤੀ ਹਨ,
ਇਹ ਮਨਮਤੀ ਕਰਮ ਹੈ, ਇਹ ਬੰਦ ਹੋਣੀਆਂ ਚਾਹੀਦੀਆਂ ਹਨ। ਪਰ ਸਰਦਾਰ ਜਸਪਾਲ ਸਿੰਘ ਇੱਕ ਐਸਾ ਹੀਰਾ ਸੀ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਗੁਰਮਤਿ ਦਾ ਆਸਰਾ ਲੈ ਕੇ ਗੁਰੂ ਗਿਆਨ ਦੀ ਰੋਸ਼ਨੀ ਵਿੱਚ ਹਜ਼ਾਰਾਂ ਜੋਤਾਂ ਜਗਾਈਆਂ। ਮੈਂ ਇੱਕ ਐਸੀ ਘਟਨਾ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਕਿ ਇੱਕ ਜਥੇਬੰਦੀ ਨੇ ਜਦੋਂ ਵੀਰ ਜੀ ਬੰਬੇ ਸੇਵਾ ਕਰ ਰਹੇ ਸਨ ਔਰ ਕਲਾਸਾਂ ਲਗਾ ਰਹੇ ਸਨ, ਇੱਕ ਸ਼ਖਸ ਦੀ ਡਿਊਟੀ ਲਗਾ ਦਿੱਤੀ ਕਿ ਇਹ ਸਾਡੇ ਪ੍ਰਚਾਰ ਢੰਗ ਦੇ ਉੱਤੇ ਬਹੁਤ ਕਿੰਤੂ ਪਰੰਤੂ ਕਰਦੇ ਹਨ, ਇਹਨਾਂ ਨੂੰ ਗੋਲੀ ਮਾਰ ਕੇ ਉਡਾ ਦਿੱਤਾ ਜਾਵੇ। ਔਰ ਇੱਕ ਸ਼ਖਸ ਦੀ ਸੇਵਾ ਲਗਾ ਦਿੱਤੀ। ਉਹ ਸ਼ਖਸ ਜਦੋਂ ਮਾਰਨ ਲਈ ਆਇਆ ਤਾਂ ਵੀਰ ਜੀ ਕਲਾਸ ਲਗਾ ਰਹੇ ਸਨ। ਉਹਨਾਂ ਦੇ ਮਨ ਵਿੱਚ ਆਇਆ ਵੀ ਮੈਂ ਕਿਉਂ ਨਾ ਕਲਾਸ ਵਿੱਚ ਬੈਠ ਕੇ ਸੁਣਾ ਤੇ ਜਾਣਨ ਦੀ ਕੋਸ਼ਿਸ਼ ਕਰਾਂ ਵੀ ਇਹ ਸ਼ਖਸ ਗਲਤ ਕੀ ਬੋਲ ਰਿਹਾ ਹੈ। ਇੱਕ ਕਲਾਸ ਲਗਾਈ, 1.5 ਘੰਟੇ ਦੀ ਕਲਾਸ ਸੀ। 1.5 ਘੰਟੇ ਬਾਅਦ ਉਹਦਾ ਮਨ ਬਦਲਿਆ ਵੀ ਨਹੀਂ, ਹਾਲੇ ਇਹਨਾਂ ਬਾਰੇ ਹੋਰ ਸੁਣ ਲੈਣਾ ਚਾਹੀਦਾ ਹੈ। ਉਹਨੇ 8 ਕਲਾਸਾਂ ਲਗਾਈਆਂ। 8 ਕਲਾਸਾਂ ਦੇ ਬਾਅਦ ਉਹਨੇ ਆਪਣੀ ਜਥੇਬੰਦੀ ਨੂੰ ਹਥਿਆਰ ਵੀ ਦੇ ਦਿੱਤੇ, ਮਾਫੀ ਵੀ ਮੰਗ ਲਈ ਕਿ ਐਸੇ ਗੁਰਸਿੱਖ ਨੂੰ ਮਾਰਨ ਦਾ ਪਾਪ ਮੈਂ ਨਹੀਂ ਕਰ ਸਕਦਾ। ਅੱਜ ਉਹ ਸ਼ਖਸ ਵੀਰ ਜੀ ਦੀ ਸੱਜੀ ਬਾਂਹ ਬਣ ਕੇ ਬੰਬੇ ਦੇ ਵਿੱਚ ਜੋ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਦਾ ਬੁੱਕ ਸਟਾਲ ਹੈ, ਉਸ ਦਾ ਇੰਚਾਰਜ ਹੈ। ਇਹ ਵੀਰ ਜੀ ਦੀ ਚੁੰਬਕੀ ਸ਼ਖਸੀਅਤ ਦਾ ਬਹੁਤ ਵੱਡਾ ਗੁਣ ਹੈ। ਅਸੀਂ ਕਹਿ ਦਿੰਦੇ ਹਾਂ ਯੁੱਗ ਪੁਰਸ਼, ਅਸੀਂ ਕਹਿ ਦਿੰਦੇ ਹਾਂ ਯੁੱਗ ਪਲਟਾਊ, ਪਰ ਸਰਦਾਰ ਜਸਪਾਲ ਸਿੰਘ ਜੀ ਸਹੀ ਲਫ਼ਜ਼ਾਂ ਦੇ ਵਿੱਚ ਇੱਕ ਯੁੱਗ ਪਲਟਾਊ ਸਨ। ਸਾਹਮਣੇ ਬੈਠੇ ਦੀ ਕਲਯੁਗੀ ਮਨੋਬਿਰਤੀ ਨੂੰ ਬਦਲ ਕੇ ਸਤਯੁਗੀ ਬਿਰਤੀ ਬਣਾ ਦੇਣੀ, ਉਹਨੂੰ ਗੁਰੂ ਵਾਲੇ ਬਣਾ ਦੇਣਾ, ਉਹਨੂੰ ਗੁਰੂ ਗਿਆਨ ਦੇ ਨਾਲ ਜੋੜ ਦੇਣਾ, ਉਹਨੂੰ ਗੁਰੂ ਬਾਣੀ ਦੇ ਲੜ ਲਾ ਦੇਣਾ। ਔਰ ਅਣਜਾਣ ਤੋਂ ਅਣਜਾਣ ਬੱਚਾ ਜਦੋਂ ਗੁਰਬਾਣੀ ਦੀ ਕਲਾਸ ਲਗਾਉਣ ਦੇ ਯੋਗ ਹੋ ਜਾਂਦਾ ਤਾਂ ਵੀਰ ਜੀ ਦੇ ਚਿਹਰੇ ਦੇ ਉੱਤੇ ਖੇੜਾ ਦੇਖਣ ਵਾਲਾ ਹੁੰਦਾ। ਐਸੇ ਹੀ ਗੁਰਸਿੱਖਾਂ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਲੋਕ 12 ਤੇ ਵਧੀਕ ਦੇ ਵਿੱਚ ਲਿਖਦੇ ਹਨ ਕਿ ਹੈਨ ਵਿਰਲੇ ਨਾਹੀ ਕਨੇ ਫੈਲ ਫੱਕੜ ਸੰਸਾਰ। ਉੱਥੇ ਇਹਨਾਂ ਹੀ ਗੁਰਸਿੱਖਾਂ ਦਾ ਜ਼ਿਕਰ ਹੈ। ਜਦੋਂ ਗੁਰੂ ਰਾਮਦਾਸ ਜੀ ਸ਼ਲੋਕ 12 ਤੇ ਵਧੀਕ ਦੇ ਵਿੱਚ ਜ਼ਿਕਰ ਕਰਦੇ ਹਨ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ, ਉਹ ਐਸੇ ਗੁਰਸਿੱਖਾਂ ਦੀ ਹੀ ਕਾਮਨਾ ਕਰਦੇ ਹਨ। ਐਸੇ ਗੁਰਸਿੱਖ ਨੂੰ ਹੀ ਜਦੋਂ ਸਾਹਿਬ ਕਹਿੰਦੇ ਹਨ ਕਿ ਜਨ ਨਾਨਕ ਧੂਰ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਉਹ ਗੁਰਮੁਖ ਰੂਹ, ਉਹ ਗੁਰਸਿੱਖ ਰੂਹ ਜਿਸ ਨੇ ਸਵਾਸ ਗੁਰੂ ਨੂੰ ਅਰਪਣ ਕੀਤਾ ਹੋਇਆ ਸੀ। ਕੈਂਪ ਲੱਗਣਾ ਸੀ ਔਰ 2 ਦਿਨ ਰਹਿ ਗਏ ਸਨ। ਬੰਬੇ ਕੁਲਵੰਤ ਵੀਰ ਜੀ ਦੇ ਘਰ ਬੈਠੇ ਹੋਏ ਅਸੀਂ। ਰਾਤ ਵੀਰ ਜੀ ਨੂੰ 102 ਬੁਖਾਰ ਤੇ ਲੈਪਟਾਪ ਖੋਲ੍ਹ ਕੇ ਕਹਿਣ ਲੱਗੇ ਕਿ ਮੇਰਾ ਨਾਂ ਹਾਲੇ ਇਹ ਇੱਕ ਸੈਟਲਮੈਂਟ ਤਿਆਰ ਹੋਣ ਵਾਲਾ ਰਹਿੰਦਾ ਹੈ, ਇਸ ਦੀ ਤੁਹਾਨੂੰ ਪਹਿਲੇ ਦਿਨ ਹੀ ਜ਼ਰੂਰਤ ਪੈਣੀ ਹੈ, ਮੈਂ ਇਹ ਤਿਆਰ ਕਰ ਲਵਾਂ। ਮੈਂ ਕਿਹਾ ਜੀ ਕਿੰਨੀ ਦੇਰ ਦਾ ਕੰਮ ਹੈ? ਕਹਿਣ ਲੱਗੇ ਬਸ 2-3 ਘੰਟਿਆਂ ਦਾ। ਅਸੀਂ ਸਾਰਿਆਂ ਨੇ ਉਹਨਾਂ ਨੂੰ ਮੈਡੀਸਨ ਦੇ ਕੇ ਜੋਦੜੀ ਕਰਕੇ ਕਿ ਵੀਰ ਜੀ ਆਰਾਮ ਕਰੋ, ਆਪਣੇ ਕੋਲ ਹਾਲੇ ਕੱਲ੍ਹ ਦਾ ਦਿਨ ਹੈ, ਕੱਲ੍ਹ ਅਸੀਂ ਇਹ ਸੈਟਲਮੈਂਟ ਪੂਰਾ ਕਰ ਲਾਂਗੇ, ਆਪ ਜੀ ਹੁਣ ਆਰਾਮ ਵਿੱਚ ਹੋ ਜਾਓ। ਸਾਡੇ ਸਾਹਮਣੇ ਆਰਾਮ ਵਿੱਚ ਹੋ ਗਏ। ਸਵੇਰੇ ਜਦੋਂ ਉੱਠੇ ਆਪਣੇ ਮੋਬਾਈਲ ਚੈੱਕ ਕੀਤੇ ਤਾਂ 3:30 ਵਜੇ ਉਹ ਸਾਰੀ ਪੋਸਟ ਤਿਆਰ ਕਰਕੇ ਸਾਡੇ ਮੋਬਾਈਲਾਂ 'ਤੇ ਪਾ ਕੇ ਤੇ ਫਿਰ ਵੀਰ ਜੀ ਨੇ ਆਰਾਮ ਕੀਤਾ। ਇਹ ਉਹਨਾਂ ਦੀ ਸਰੀਰਕ ਹੱਠ ਕਹਿ ਲਓ, ਉਹਨਾਂ ਦੀ ਵਿਲ ਪਾਵਰ ਕਹਿ ਲਓ ਕਿ ਆਪਣੇ ਸਰੀਰ ਨਾਲੋਂ ਕੰਮ ਨੂੰ ਕਿੰਨਾ ਪ੍ਰੈਫਰ ਕਰਦੇ ਸਨ। ਜਦੋਂ ਅੰਤਲਾ ਸਮਾਂ ਬਣਿਆ ਔਰ ਹਸਪੀਟਲ ਦਾਖਲ ਨੇ, ਆਕਸੀਜਨ ਲੱਗੀ ਹੋਈ ਹੈ, ਬੋਲਿਆ ਜਾ ਨਹੀਂ ਰਿਹਾ, ਤੇ ਵੀਰ ਮਨਿੰਦਰਪਾਲ ਸਿੰਘ ਜੀ ਨੂੰ ਫੋਨ ਕਰਕੇ ਸਾਰੀਆਂ ਕਲਾਸਾਂ ਦਾ ਬਕਾਇਆ ਕੰਮ ਸਮਝਾ ਰਹੇ ਨੇ ਕਿ ਮੈਂ ਇਹ ਕੰਮ ਕਰ ਦਿੱਤਾ, ਪਰ ਮੁੱਢਲੇ ਸਿਧਾਂਤਾਂ ਦਾ ਸਿਲੇਬਸ ਜਿਹੜਾ ਹਾਲੇ ਮੈਂ ਉਹ ਸਾਰਿਆਂ ਤੱਕ ਸਰਵਾਈਵ ਨਹੀਂ ਕਰ ਸਕਿਆ। ਤੁਸੀਂ ਕਿਰਪਾ ਕਰਨਾ, ਮੈਂ ਜਦੋਂ ਤੱਕ ਠੀਕ ਹੋਵਾਂਗਾ ਤੁਸੀਂ ਇਹ ਕੰਮ ਸੰਭਾਲ ਲੈਣਾ। ਬੰਦੇ ਨੂੰ ਪਤਾ ਹੈ ਕਿ ਮੈਨੂੰ ਕਰੋਨਾ ਹੋ ਚੁੱਕਿਆ,
ਮੇਰੇ ਲੰਗਸ ਕੰਮ ਨਹੀਂ ਕਰ ਰਹੇ, ਬੋਲਿਆ ਮੇਰੇ ਕੋਲੋਂ ਜਾ ਨਹੀਂ ਰਿਹਾ, ਲੇਕਿਨ ਸੋਚ ਸੰਗਤ ਦੇ ਚਰਨਾਂ ਵਿੱਚ ਜੁੜੀ ਹੋਈ ਹੈ, ਸੋਚ ਸੰਸਥਾ ਦੇ ਕਾਰਜਾਂ ਵਿੱਚ ਜੁੜੀ ਹੋਈ ਹੈ, ਸੋਚ ਗੁਰੂ का ਸੰਦੇਸ਼ ਜਨ ਜਨ ਤੱਕ ਪਹੁੰਚਾਉਣ ਦੇ ਵਿੱਚ ਜੁੜੀ ਹੋਈ ਹੈ। ਇਹ ਸਿਰਫ ਤੇ ਸਿਰਫ ਜਸਪਾਲ ਸਿੰਘ ਹੀ ਕਰ ਸਕਦਾ ਸੀ। ਧੰਨ ਹੈ ਉਹ ਮਾਂ ਜਿਸ ਦੀ ਕੁੱਖ ਵਿੱਚੋਂ ਇਸ ਹੀਰੇ ਨੇ ਜਨਮ ਲਿਆ। ਮੈਂ ਇੱਕ ਇਸ ਲਾਈਨ ਨਾਲ अपनी गल ਨੂੰ समाप्त करता हाँ कि बड़े शौक से सुन रहा था ज़माना, तुम ही सो गए दास्तां कहते कहते। वीर जसपाल सिंह जी वर्गी शख्सियत ਲਈ ही शायद ये लाइनां लिखियां गईयां ਹਨ। हज़ारों बरस नरगिस अपनी बेनूरी पे रोती है, बड़ी मुश्किल से होता है चमन में दीदावर पैदा। दूसरा जसपाल सिंह कदों पैदा होएगा, कदों इन्नी मेहनत करने वाले शख्स ये गुरु ही जानता है, लेकिन अज जो एक खला पैदा हो गया है उस दी पूर्ति बहुत औखी है, बहुत औखी है। सब दे मन डोले हुए हैं। अरदास करो कि असी इस घाटे नूं जर सकन दे समर्थ हो सकीए। भुल्लां चुकां दी खीमा जी